ਤਾਂ ਜਦੋਂ ਗ੍ਰਾਮ ਸਭਾ ਦੇ ਵੱਲੋਂ ਇਹ ਮਤਾ ਕਰ ਦਿੱਤਾ ਗਿਆ, ਉਸ ਤੋਂ ਬਾਅਦ ਦੇ ਵਿੱਚ ਸਰਕਾਰੀ ਅਫਸਰਾਂ ਨੇ ਦਬਾਅ ਪਾ ਕੇ ਪਿੰਡ ਦੀ ਸਾਰੀ ਪੰਚਾਇਤ ਨੂੰ ਬੁਲਾ ਕੇ ਰਾਤ 8:30 ਵਜੇ ਤੁਸੀਂ ਜੇ ਸਰਪੰਚ ਸਾਹਿਬ ਨਾਲ ਗੱਲ ਕਰੋਗੇ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਬੁਲਾ ਕੇ ਉਹ ਜਿਹੜੀ ਜ਼ਮੀਨ ਆ ਉਹ ਸਰਕਾਰ ਦੇ ਨਾਂ ਦੇ ਉੱਪਰ ਉਹਦੀ ਰਜਿਸਟਰੀ ਕਰਵਾ ਲਈ ਗਈ। ਇਹ ਸਰਕਾਰ ਵੱਲੋਂ ਹੁਣ ਇੱਕ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਜੰਗਲ ਦੀ ਜ਼ਮੀਨ ਦੇ ਉੱਪਰ ਨਹੀਂ ਬਣਾ ਰਹੇ। ਇਹ ਹੁਣ ਮਤਲਬ ਟੈਕਨੀਕਲੀ ਸੱਚੇ ਹੋਣ ਵਾਲੀ ਗੱਲ। ਇਹ ਜਿਹੜਾ ਇਲਾਕਾ ਹੈਗਾ ਇਹ ਤੁਸੀਂ ਦੇਖ ਲਓ, ਆ ਬਿਲਕੁਲ ਨਾਲ ਸਤਲੁਜ ਦਰਿਆ ਵਗ ਰਿਹਾ, ਆ ਤੁਸੀਂ ਬੰਨ ਹੈ ਔਰ ਆ ਉਹ ਜ਼ਮੀਨਾਂ ਨੇ ਜਿਹੜੀਆਂ ਐਕਵਾਇਰ ਕੀਤੀਆਂ ਜਾਣੀਆਂ। ਸੋ ਇਹ ਹਦਾਇਤਾਂ ਨੇ ਸਰਕਾਰ ਦੀਆਂ ਆਪਣੀਆਂ, ਕੇਂਦਰ ਸਰਕਾਰ ਦੀਆਂ, এনवायरमेंट ਮਿਨਿਸਟਰੀ ਦੀਆਂ, ਸੁਪਰੀਮ ਕੋਰਟ ਦੇ ਫੈਸਲੇ ਆ, NGT ਜਿਹੜਾ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੰਡੀਆ ਦਾ ਹੈਗਾ ਉਹਦੇ ਫੈਸਲੇ ਹੈਗੇ ਕਿ ਕਿਸੇ ਵੀ ਫਲੱਡ ਪਲੇਨ ਦੇ ਵਿੱਚ ਇੰਡਸਟਰੀ ਨਹੀਂ ਲੱਗ ਸਕਦੀ। ਜਦੋਂ ਹਾਂਸੀ ਬੁਟਾਣਾ ਨਹਿਰ ਹਰਿਆਣੇ ਨੇ ਕੱਢੀ ਸੀਗੀ ਔਰ ਜਦੋਂ ਉੱਥੇ ਮਤਲਬ ਪਾਣੀ ਆਇਆ ਉਸ ਇਲਾਕੇ ਦੇ ਵਿੱਚ ਘੱਗਰ ਦਾ, ਤੇ ਉਹ ਹਾਂਸੀ ਬੁਟਾਣਾ ਨੇ ਉਹਨੂੰ ਬੰਨ੍ਹ ਲਾਇਆ। ਉਹਨੂੰ ਬੰਨ੍ਹ ਲੱਗਣ ਦੇ ਨਾਲ ਪੰਜਾਬ ਦੇ ਕਿੰਨੇ ਪਿੰਡ ਜਿਹੜੇ ਆ ਉਹਨਾਂ ਦੇ ਵਿੱਚ 30-30 40-40 ਦਿਨ ਪਾਣੀ ਨਹੀਂ ਸੀ ਸੁੱਕਿਆ, ਪਾਣੀ ਖੜਾ ਰਿਹਾ ਉੱਥੇ। ਜਦੋਂ ਵੀ ਤੁਸੀਂ ਕਿਸੇ ਬਹਾਅ ਨੂੰ ਕੱਟਦਾ ਹੋਇਆ ਗੈਰ ਕੁਦਰਤੀ ਪ੍ਰਬੰਧ ਸਿਰਜਦੇ ਹੋ, ਉਹਦਾ ਨੁਕਸਾਨ ਜਿਹੜਾ ਆ ਉਹ ਉੱਥੋਂ ਦੇ ਲੋਕਾਂ ਨੂੰ, ਉੱਥੋਂ ਦੇ ਜੀਆ ਜੰਤ ਨੂੰ, ਉੱਥੋਂ ਦੀ ਕੁਦਰਤ ਨੂੰ, ਉੱਥੋਂ ਦੀ ਮਿੱਟੀ ਨੂੰ ਝੱਲਣਾ ਹੀ ਪੈਂਦਾ। ਤਾਂ ਇਸ ਟਾਈਮ ਅਸੀਂ ਮੱਤੇਵਾੜਾ ਜੰਗਲਾਂ ਦੇ ਵਿੱਚ ਪਹੁੰਚ ਚੁੱਕੇ ਆ, ਜਿਸ ਦਾ ਮੁੱਦਾ ਜਿਹੜਾ ਆ ਇਸ ਵੇਲੇ ਜ਼ਿਆਦਾ ਜਿਹੜਾ ਭਖ ਰਿਹਾ ਹੈਗਾ। ਮੱਤੇਵਾੜਾ ਜੰਗਲਾਂ ਨੂੰ ਜਿਹੜਾ ਆ, ਜਿਹੜੀ ਜ਼ਮੀਨ ਜਿਹੜੀ ਇੱਥੇ ਜੰਗਲਾਂ ਦੀ ਜ਼ਮੀਨ ਹੈਗੀ ਉਸ ਦੇ ਉੱਤੇ ਸਰਕਾਰ ਜਿਹੜੀ ਇੰਡਸਟਰੀਅਲ ਪਾਰਕ ਬਣਾਉਣਾ ਚਾਹੁੰਦੀ ਆ। ਜੇ ਗੱਲ ਕਰ ਲਈਏ ਤਾਂ ਅੱਜ ਤੋਂ 5-6 ਮਹੀਨੇ ਪਹਿਲਾਂ ਉਹੀ ਲੀਡਰ ਜਿਹੜੇ ਇਸ ਦਾ ਵਿਰੋਧ ਕਰ ਰਹੇ ਸੀਗੇ, ਉਹੀ ਸਰਕਾਰ ਵਿੱਚ ਆਉਣ ਤੋਂ ਬਾਅਦ ਇਸ ਦੇ ਫਾਇਦੇ ਉਹਨਾਂ ਵੱਲੋਂ ਜਿਹੜੇ ਆ ਉਹ ਗਿਣਾਏ ਜਾ ਰਹੇ ਨੇ। ਤਾਂ ਇੱਧਰਲੀ ਸਾਈਡ ਜਿਹੜਾ ਆ ਦਰਿਆ ਵਗ ਰਿਹਾ ਹੈਗਾ ਆ, ਜਿੱਥੇ ਜਿਹੜਾ ਦਰਿਆ ਸਤਲੁਜ ਦਰਿਆ ਇੱਧਰਲੀ ਸਾਈਡ ਵਹਿ ਰਿਹਾ ਹੈਗਾ। ਤੇ ਜੇ ਇੱਧਰਲੀ ਗੱਲ ਕਰ ਲਈ ਤਾਂ ਇੱਧਰਲੀ ਸਾਈਡ ਉਹ ਜ਼ਮੀਨ ਹੈਗੀ ਹੈ ਜਿਹੜੀ ਸਰਕਾਰ ਜਿਸ ਨੂੰ ਐਕਵਾਇਰ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੀ ਹੈਗੀ, ਪਰ ਪਿੰਡ ਵਾਲਿਆਂ ਵੱਲੋਂ, ਗ੍ਰਾਮ ਸਭਾ ਵੱਲੋਂ ਇਸ ਨੂੰ ਜਿਹੜਾ ਆ ਉਹ ਰੋਕਿਆ ਜਾ ਰਿਹਾ ਹੈਗਾ। ਇਸ ਮਸਲਾ ਵੀ ਜਿਹੜਾ ਆ ਪੰਜਾਬ ਲੈਵਲ 'ਤੇ ਜਿਹੜਾ ਉੱਭਰ ਰਿਹਾ ਹੈਗਾ। ਤਾਂ ਸਾਡੇ ਨਾਲ ਇਹ ਸਾਰੇ ਮਸਲੇ ਨੂੰ ਜਾਣਨ ਬਾਰੇ ਭਾਈ ਪਰਮਜੀਤ ਸਿੰਘ ਗਾਜੀ ਸਾਡੇ ਨਾਲ ਜੁੜੇ ਹੋਏ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਮਰੱਥ ਆਵਾਜ਼ ਉੱਤੇ ਜੀ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਇਹ ਜੰਗਲਾਂ ਦੀ ਕਰਨਾ ਚਾਹੁੰਦਾ, ਜਿੱਥੇ ਜੰਗਲਾਂ ਵਿੱਚ ਜਿੱਦਾਂ ਇੰਡਸਟਰੀਅਲ ਪਾਰਕ ਸਰਕਾਰ ਬਣਾਉਣਾ ਚਾਹੁੰਦੀ ਹੈਗੀ ਹੈ ਨਾ ਜੀ। ਇੱਥੇ ਪਹਿਲਾਂ ਉਹੀ ਬੰਦੇ ਆ ਉਹਦਾ ਵਿਰੋਧ ਕਰ ਰਹੇ ਸੀਗੇ, ਹੁਣ ਇੱਥੇ ਪਾਰਕ ਬਣਾਉਣਾ ਚਾਹੁੰਦੀ ਹੈ ਜੀ। ਦੇਖੋ, ਕਾਫੀ ਲੰਬੇ ਸਮੇਂ ਤੋਂ ਹੀ ਇਹ ਮਸਲਾ ਜਿਹੜਾ ਆ ਉਹ ਲਮਕ ਰਿਹਾ। ਪਹਿਲੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗਵਰਨਮੈਂਟ ਸੀਗੀ, ਉਦੋਂ ਸੁਖਬੀਰ ਬਾਦਲ ਦੇ ਵੱਲੋਂ ਵੀ ਇਹ ਮੱਤੇਵਾੜਾ ਜੰਗਲ ਦੇ ਨੇੜੇ ਜ਼ਮੀਨ ਦੇ ਉੱਪਰ ਇੱਥੇ ਰੇਸ ਕੋਰਸ ਬਣਾਉਣ ਦੀ ਗੱਲਬਾਤ ਚੱਲੀ ਸੀਗੀ। ਇਹ ਸੀਗਾ ਵੀ ਇੱਥੇ ਘੋੜਿਆਂ ਦੀਆਂ ਦੌੜਾਂ ਹੋਇਆ ਕਰਨਗੀਆਂ। ਉਹਦਾ ਫਿਰ ਕਾਫੀ ਜ਼ਿਆਦਾ ਵਿਰੋਧ ਹੋਇਆ। ਵਿਰੋਧ ਹੋਣ ਤੋਂ ਬਾਅਦ ਉਦੋਂ ਇਹੀ ਪਾਰਟੀਆਂ ਜਿਹੜੀਆਂ ਬਾਅਦ ਦੇ ਵਿੱਚ ਸੱਤਾ 'ਚ ਰਹੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਕਾਂਗਰਸ ਸਰਕਾਰ, ਜਾਂ ਹੁਣ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨਾਂ ਪਾਰਟੀਆਂ ਦੇ ਵੱਲੋਂ ਜਦੋਂ ਇਹ ਵਿਰੋਧੀ ਧਿਰ 'ਚ ਸੀਗੇ ਤਾਂ ਉਦੋਂ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਸੀਗਾ ਇਸ ਗੱਲ ਦਾ ਕਿ ਇੱਥੇ ਜੰਗਲ ਦੇ ਨੇੜੇ ਜਿਹੜਾ ਆ ਉਹ ਰੇਸ ਕੋਰਸ ਜਾਂ ਘੋੜਿਆਂ ਦੀ ਦੌੜ ਦਾ ਮੈਦਾਨ ਜਿਹੜਾ ਉਹ ਨਹੀਂ ਬਣਨਾ ਚਾਹੀਦਾ, ਵੀ ਇਹਦੇ ਨਾਲ ਇੱਥੋਂ ਦੀ ਜਿਹੜੀ ਬਾਇਓਡਾਇਵਰਸਿਟੀ ਆ, ਜੋ ਇੱਥੋਂ ਦਾ ਕੁਦਰਤੀ ਪਾਣੀ ਆ, ਉਹ ਖਤਮ ਹੋਣਾ ਹੈ। ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਦੇ ਵੱਲੋਂ ਇੱਥੇ ਇੱਕ ਇੰਡਸਟਰੀਅਲ ਪਾਰਕ ਲਾਉਣ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਔਰ ਉਹਨਾਂ ਦੇ ਵੱਲੋਂ ਇਹ ਹੋਇਆ ਕਿ ਅਸੀਂ ਮੱਤੇਵਾੜਾ ਜੰਗਲ ਦੇ ਨੇੜੇ ਦੀ ਜਿਹੜੀ ਜ਼ਮੀਨ ਹੈਗੀ ਆ, ਕੁਛ ਇੱਥੇ ਪੰਚਾਇਤੀ ਜ਼ਮੀਨਾਂ ਹੈਗੀਆਂ ਨੇ, ਉਹ ਜ਼ਮੀਨਾਂ ਲੈ ਕੇ ਤੇ ਇੱਥੇ ਇੱਕ ਇੰਡਸਟਰੀਅਲ ਪਾਰਕ ਬਣਾਵਾਂਗੇ। ਤੇ ਇੰਡਸਟਰੀਅਲ ਪਾਰਕ ਦਾ ਹੀ ਸੀਗਾ ਵੀ ਇੱਥੇ ਕਾਰਖਾਨੇ ਲੱਗਣਗੇ
ਤੇ ਉਹ ਮਸਲਾ ਜਿਹੜਾ ਆ ਉਦੋਂ ਵੀ ਉਹ ਵਿਰੋਧ ਦੇ ਵਿੱਚ ਪਿਆ ਰਿਹਾ। ਹਾਲਾਂਕਿ ਉਦੋਂ ਸਰਕਾਰ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਜਿਹੜੀ ਆ ਉਹ ਕਰ ਲਈ ਗਈ, ਜਿਹਦੇ ਵਿੱਚੋਂ ਮੁੱਖ ਰੂਪ ਦੇ ਵਿੱਚ ਸੇਖੇਵਾਲ ਪਿੰਡ ਜਿਹੜਾ ਇੱਥੇ ਜਿੱਥੇ ਆਪਾਂ ਖੜੇ ਆ ਇਹਦੇ ਨੇੜੇ ਹੀ ਹੈਗਾ। ਸੋ ਉਹਨਾਂ ਦੀ, ਕਿਉਂਕਿ ਉਹ ਪਿੰਡ ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਸਿੱਖਾਂ ਦਾ, ਜਾਂ ਕਹਿ ਲਓ ਕਿ ਮਜ਼੍ਹਬੀ ਸਿੰਘਾਂ ਦਾ ਪਿੰਡ ਉਹ ਸਾਰਾ ਹੈਗਾ ਆ, ਔਰ ਉਹਨਾਂ ਦੀ ਕੋਈ ਆਪਣੀ ਜ਼ਮੀਨ ਨਹੀਂ ਹੈਗੀ। ਉਹ ਸਾਰੀ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਸੇ ਦੇ ਉੱਪਰ ਹੀ ਉਹ ਨਿਰਭਰ ਹੈਗੇ ਆ। ਸੋ ਪਹਿਲਾਂ ਸਰਕਾਰੀ ਅਫਸਰਾਂ ਨੇ ਉਹਨਾਂ ਨੂੰ ਬਹਿਲਾ ਫੁਸਲਾ ਕੇ, ਕਹਿ ਲਓ ਜਿਸ ਤਰ੍ਹਾਂ ਉਹਨਾਂ ਦੇ ਕਹਿਣ ਦੇ ਮੁਤਾਬਕ, ਵੀ ਸਾਨੂੰ ਪੂਰੀ ਜਾਣਕਾਰੀ ਨਹੀਂ ਸੀਗੀ। ਉਹ ਤਾਂ ਇਹ ਵੀ ਕਹਿੰਦੇ ਆ ਕਿ ਅਸੀਂ ਇਹ ਸੋਚਦੇ ਰਹੇ ਵੀ ਇੱਥੇ ਕੋਈ ਛੋਟਾ ਮੋਟਾ ਪਾਰਕ ਬਣਨਾ ਆ, ਵੀ ਚਲੋ ਜੇ ਬਣ ਜੂਗਾ ਇੰਨੀ ਪਿੰਡ ਦੀ ਜ਼ਮੀਨ ਜਿਸ ਹੈ। ਤਰ੍ਹਾਂ ਇੰਡਸਟਰੀਅਲ ਪਾਰਕ ਹੈ ਜਾਂਦਾ, ਉਹ ਪਾਰਕ ਤੋਂ ਇਵੇਂ ਲੱਗਦਾ ਕਿ ਚਲੋ ਕੋਈ ਪਾਰਕ ਬਣਨਾ ਹੋਣਾ, ਜਾਂ ਪਿੰਡ ਦੇ ਜਿਸ ਤਰ੍ਹਾਂ ਪਾਰਕ ਆਮ ਬਣਦੇ ਹੈਗੇ। ਨਹੀਂ, ਬਿਲਕੁਲ ਉਹ ਸਾਦੇ ਬੰਦੇ ਸੀਗੇ, ਔਰ ਉਹ ਉਹਨਾਂ ਦੇ ਕਹਿਣ ਮੁਤਾਬਕ ਵੀ ਅਸੀਂ ਤਾਂ ਇਹੀ ਸੋਚਿਆ ਸੀਗਾ। ਪਰ ਜਦੋਂ ਰੈਜ਼ੋਲੂਸ਼ਨ ਵਗੈਰਾ ਜਿਹੜਾ ਹੈਗਾ, ਕਿਉਂਕਿ ਆਪਾਂ ਨੂੰ ਪਤਾ ਭਾਵੇਂ ਜਿਹੜੇ ਪੰਚਾਇਤ ਸਕੱਤਰ ਆ ਉਹ ਹੁੰਦੇ ਤਾਂ ਪੰਚਾਇਤ ਦੇ ਕੰਮੇ ਆ, ਪਰ ਉਹ ਪੰਚਾਇਤ ਦੇ ਮਾਲਕਾਂ ਵਾਂਗੂ ਹੀ ਕਰਦੇ ਆ, ਤੇ ਆਮ ਜਿਹੜੇ ਪੰਚ ਸਰਪੰਚ ਆ ਉਹ ਵੀ ਉਹਨਾਂ ਨੂੰ ਮਾਲਕ ਹੀ ਸਮਝਦੇ ਹੁੰਦੇ ਆ ਵੀ ਪੰਚਾਇਤ ਸਕੱਤਰ ਇਹ ਕੋਈ ਬਹੁਤ ਵੱਡੀ ਸ਼ੈ ਹੈਗੀ ਆ। ਸੋ ਉਹਨਾਂ ਦੇ ਵੱਲੋਂ ਇਹ ਸਾਦੇ ਲੋਕ ਸੀਗੇ, ਇਹਨਾਂ ਦੇ ਕੋਲ ਇਹ ਪੰਚਾਇਤ ਦੇ ਕੋਲੋਂ ਇੱਕ ਮਤਾ ਜਿਹੜਾ ਹੈਗਾ ਉਹ ਕਰਵਾ ਲਿਆ ਗਿਆ। ਜਦੋਂ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਅਸਲ ਦੇ ਵਿੱਚ ਸਾਰੀ ਜ਼ਮੀਨ ਐਕਵਾਇਰ ਕਰਨਗੇ ਤੇ ਇੱਥੇ ਕਾਰਖਾਨੇ ਲੱਗਣੇ ਆ, ਤੇ ਕਿਉਂਕਿ ਇਸ ਪਿੰਡ ਦੇ ਜਿੰਨੇ ਵੀ ਲੋਕ ਆ ਉਹਨਾਂ ਦੀ ਆਪ ਦੀ ਕੋਈ ਜਾਇਦਾਦ ਨਹੀਂ ਹੈਗੀ, ਸੋ ਇਹ ਪੰਚਾਇਤੀ ਜ਼ਮੀਨ ਦੇ ਉੱਪਰ ਹੀ ਨਿਰਭਰ ਸੀਗੇ। ਸੋ ਉਹਨਾਂ ਦੇ ਵੱਲੋਂ ਫਿਰ ਗ੍ਰਾਮ ਸਭਾ ਪਿੰਡ ਦੀ ਬੁਲਾਈ ਗਈ। ਉਸ ਗ੍ਰਾਮ ਸਭਾ ਨੇ ਇਹ ਮਤਾ ਕਰ ਦਿੱਤਾ ਕਿ ਅਸੀਂ ਆਪਣੇ ਪਿੰਡ ਦੀ ਜਿਹੜੀ ਜ਼ਮੀਨ ਆ ਉਹ ਕਿਸੇ ਵੀ ਮਨੋਰਥ ਦੇ ਵਾਸਤੇ ਸਰਕਾਰ ਨੂੰ ਨਹੀਂ ਦੇਣੀ। ਦੂਜੀ ਇੱਕ ਗੱਲ ਇਹ ਵੀ ਸਮਝਣੀ ਚਾਹੀਦੀ ਵੀ ਜਿਹੜੀ ਗ੍ਰਾਮ ਸਭਾ ਇਹ ਇੱਕ ਤਰ੍ਹਾਂ ਦੇ ਨਾਲ ਪਿੰਡ ਦੀ ਪਾਰਲੀਮੈਂਟ ਹੈ, ਔਰ ਜਿਹੜੀ ਪੰਚਾਇਤ ਆ ਉਹ ਕੈਬਨਿਟ ਹੈ। ਕੈਬਨਿਟ ਦਾ ਫੈਸਲਾ ਜਿਹੜਾ ਆ ਉਹ ਪਾਰਲੀਮੈਂਟ ਉਲੱਦ ਸਕਦੀ, ਉਹਦੇ ਅਧਿਕਾਰ ਖੇਤਰ ਦੇ ਵਿੱਚ ਆ। ਤੇ ਕੈਬਨਿਟ ਦੇ ਹੱਥ ਦੇ ਵਿੱਚ ਇਹ ਨਹੀਂ ਹੈਗਾ ਕਿ ਜੋ ਪਾਰਲੀਮੈਂਟ ਦਾ ਪਾਸ ਕੀਤਾ ਹੋਇਆ ਫੈਸਲਾ ਆ ਉਹ ਉਹਨੂੰ ਉਲੱਦ ਦੇਵੇ, ਉਹਦੀ ਉਹ ਪਾਬੰਦ ਹੁੰਦੀ ਹੈ। ਤਾਂ ਜਦੋਂ ਗ੍ਰਾਮ ਸਭਾ ਦੇ ਵੱਲੋਂ ਇਹ ਮਤਾ ਕਰ ਦਿੱਤਾ ਗਿਆ, ਉਸ ਤੋਂ ਬਾਅਦ ਦੇ ਵਿੱਚ ਸਰਕਾਰੀ ਅਫਸਰਾਂ ਨੇ ਦਬਾਅ ਪਾ ਕੇ ਪਿੰਡ ਦੀ ਸਾਰੀ ਪੰਚਾਇਤ ਨੂੰ ਬੁਲਾ ਕੇ ਰਾਤ ਨੂੰ 8:30 ਵਜੇ, ਉਹ ਤੁਸੀਂ ਜੇ ਸਰਪੰਚ ਸਾਹਿਬ ਨਾਲ ਗੱਲ ਕਰੋਗੇ ਤਾਂ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਬੁਲਾ ਕੇ ਉਹ ਜਿਹੜੀ ਜ਼ਮੀਨ ਆ ਉਹ ਸਰਕਾਰ ਦੇ ਨਾਂ ਦੇ ਉੱਪਰ ਉਹਦੀ ਰਜਿਸਟਰੀ ਕਰਵਾ ਲਈ ਗਈ। ਕਿੰਨੇ ਕਿੱਲੇ ਭਾਈ? 416 ਏਕੜ ਜ਼ਮੀਨ ਸੀਗੀ, ਔਰ ਉਹ ਸਾਰੀ ਦੀ ਸਾਰੀ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਗਈ। ਉਹਦੇ ਪੈਸੇ ਜਿਹੜੇ ਉਹ ਪੰਚਾਇਤ ਦੇ ਖਾਤੇ 'ਚ ਟ੍ਰਾਂਸਫਰ ਕਰ ਦਿੱਤੇ ਗਏ, ਔਰ ਪੰਚਾਇਤ ਦੇ ਵੱਲੋਂ ਹੁਣ ਉਹ ਜਿਹੜਾ ਗ੍ਰਾਮ ਸਭਾ ਦਾ ਮਤਾ ਸੀਗਾ ਉਹਨੂੰ ਆਧਾਰ ਬਣਾ ਕੇ ਹਾਈ ਕੋਰਟ ਦੇ ਵਿੱਚ ਕੇਸ ਜਿਹੜਾ ਆ ਉਹ ਲਾਇਆ ਹੋਇਆ। ਔਰ ਦੂਸਰੀ ਗੱਲ ਇਹ ਆ ਕਿ ਸਰਕਾਰ ਵੱਲੋਂ ਹੁਣ ਇੱਕ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਜੰਗਲ ਦੀ ਜ਼ਮੀਨ ਦੇ ਉੱਪਰ ਨਹੀਂ ਬਣਾ ਰਹੇ। ਇਹ ਹੁਣ ਮਤਲਬ ਟੈਕਨੀਕਲੀ ਸੱਚੇ ਹੋਣ ਵਾਲੀ ਗੱਲ ਹੈ। ਇਹ ਜਿਹੜਾ ਇਲਾਕਾ ਹੈਗਾ ਇਹ ਤੁਸੀਂ ਦੇਖ ਲਓ, ਆ ਬਿਲਕੁਲ ਨਾਲ ਸਤਲੁਜ ਦਰਿਆ ਵਗ ਰਿਹਾ, ਆ ਤੁਸੀਂ ਬੰਨ ਹੈ, ਔਰ ਆ ਉਹ ਜ਼ਮੀਨਾਂ ਨੇ ਜਿਹੜੀਆਂ ਐਕਵਾਇਰ ਕੀਤੀਆਂ ਜਾਣੀਆਂ ਆ। ਔਰ ਇਹਨੂੰ ਜੇਕਰ ਤੁਸੀਂ ਨਕਸ਼ੇ ਦੇ ਉੱਪਰ ਦੇਖੋਗੇ, ਤੁਹਾਡੇ ਨਾਲ ਉਹ ਨਕਸ਼ਾ ਜਿਹੜਾ ਸਾਂਝਾ ਵੀ ਕਰ ਦਿਆਂਗੇ, ਵੀ ਜਿੱਥੇ ਇਹ ਕਾਰਖਾਨੇ ਲੱਗਣੇ ਨੇ ਉਹਦੇ ਤਿੰਨ ਪਾਸੇ ਜਿਹੜਾ ਹੈਗਾ ਆ ਉਹ ਪ੍ਰੋਟੈਕਟਡ ਫੋਰੈਸਟ ਜਾਂ ਜਿਹੜਾ ਜੰਗਲ ਦਾ ਇਲਾਕਾ ਆ ਉਹ ਹੈ। ਸੋ ਤਿੰਨ ਪਾਸਿਓਂ ਇਹ ਜੰਗਲਾਂ ਦੇ ਨਾਲ ਘਿਰਿਆ ਹੋਇਆ ਜਿਹੜਾ ਇਹ ਤਜਵੀਜ਼ੀ ਖੇਤਰ ਹੈਗਾ ਆ ਜਿਹਦੇ ਵਿੱਚ ਕਾਰਖਾਨੇ ਲੱਗਣੇ ਆ, ਔਰ ਉਹਦੇ ਬਿਲਕੁਲ ਨਾਲ ਸਤਲੁਜ ਦੇ ਬਿਲਕੁਲ ਕੰਢੇ ਦੇ ਉੱਪਰ ਇਹ ਜਿਹੜੀ ਆ ਉਹ ਲੱਗਣ ਜਾ ਰਹੀ ਆ। ਹਾਲਾਂਕਿ ਇੱਥੇ ਇੰਡਸਟਰੀ ਲੱਗ ਨਹੀਂ ਸਕਦੀ ਕਿਉਂਕਿ ਇਕੋ ਸੈਂਸਿਟਿਵ ਜ਼ੋਨ ਆ, ਬਾਇਓ ਡਾਇਵਰਸਿਟੀ ਸੈਂਸਿਟਿਵ ਜ਼ੋਨ ਹੈਗਾ ਆ, ਔਰ ਇਹ ਸਾਰਾ ਸਤਲੁਜ ਦਾ ਫਲੱਡ ਪਲੇਨ ਹੈ। ਫਲੱਡ ਪਲੇਨ ਦਾ ਮਤਲਬ ਹੈ ਕਿ ਇੱਥੇ ਜਦੋਂ ਵੀ ਸਤਲੁਜ ਦਰਿਆ ਦੇ ਵਿੱਚ ਹੜ੍ਹ ਆਉਂਦੇ ਆ ਤੇ ਇੱਥੇ ਪਾਣੀ ਦਾਖਲ ਹੁੰਦਾ। ਸੋ ਇਹ ਹਦਾਇਤਾਂ ਨੇ ਸਰਕਾਰ ਦੀਆਂ, ਆਪਣੀਆਂ ਕੇਂਦਰ ਸਰਕਾਰ ਦੀਆਂ, এনवायरमेंट ਮਿਨਿਸਟਰੀ ਦੀਆਂ, ਸੁਪਰੀਮ ਕੋਰਟ ਦੇ ਫੈਸਲੇ ਆ, NGT ਜਿਹੜਾ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੰਡੀਆ ਦਾ ਹੈਗਾ ਉਹਦੇ ਫੈਸਲੇ ਹੈਗੇ ਵੀ ਕਿਸੇ ਵੀ ਫਲੱਡ ਪਲੇਨ ਦੇ ਵਿੱਚ ਇੰਡਸਟਰੀ ਨਹੀਂ ਲੱਗ ਸਕਦੀ ਕਿਉਂਕਿ ਉਹ ਇੱਕ ਸੈਂਸਿਟਿਵ ਜ਼ੋਨ ਹੁੰਦਾ। ਉਸ ਖੇਤਰ ਦੇ ਵਿੱਚ ਇੱਕ ਤਾਂ ਹੜ੍ਹ ਆਉਣ ਦਾ ਖਤਰਾ ਜਿਹੜਾ ਆ ਉਹ ਬਰਕਰਾਰ ਰਹਿੰਦਾ ਆ, ਦੂਜਾ ਕਿ ਉੱਥੇ ਦੀ ਜਿਹੜੀ ਡਾਇਵਰਸਿਟੀ ਆ, ਜਿੱਦਾਂ ਹੁਣ ਇੱਥੇ ਜਿੰਨੀ ਭਾਂਤ ਦੀ ਬਨਸਪਤੀ ਹੈ ਜਾਂ ਆਪਾਂ ਦੇਖਦੇ ਆਏ ਆ ਪਿੱਛੇ ਜੰਗਲ ਦੇ ਵਿੱਚ ਮੋਰ ਸੀਗੇ ਜਾਂ ਹੋਰ ਇਸ ਤਰ੍ਹਾਂ ਦੇ ਪੰਛੀ, ਪਸ਼ੂ ਪੰਛੀ ਜਾਨਵਰ ਜਾਂ ਛੋਟੇ ਪੰਛੀ ਪਰਿੰਦੇ ਜਿਹੜੇ ਹੈਗੇ ਆ ਉਹ ਸਾਰੇ ਰਹਿੰਦੇ ਆ। ਇੱਥੇ ਜਦੋਂ ਕਾਰਖਾਨੇ ਲੱਗਣਗੇ ਜਾਂ ਕਿਸੇ ਤਰ੍ਹਾਂ ਦੀ ਇਮਾਰਤ ਸਾਜੀ ਹੋਊਗੀ, ਇੱਕ ਤਾਂ ਉਹ ਜਦੋਂ ਹੜ੍ਹ ਆਉਂਦੇ ਆ ਉਹਨਾਂ ਦੇ ਵਿੱਚ ਨੁਕਸਾਨ ਹੋਣ ਦਾ ਖਤਰਾ ਵੀ ਵੱਧਦਾ ਆ, ਉਹਦੇ 'ਚੋਂ ਅੜਿੱਕਾ ਵੀ ਬਣਦੇ ਆ, ਔਰ ਇੱਥੋਂ ਦੀ ਜਿਹੜੀ ਕੁਦਰਤੀ ਪਾਣਿਆ ਉਹਨੂੰ ਵੀ ਢਾਹ ਲੱਗਦੀ ਆ। ਔਰ ਕਮਾਲ ਦੀ ਗੱਲ ਇਹ ਆ ਕਿ ਸਰਕਾਰ ਨੇ ਆਪਣੀ ਜਿਹੜੀ ਇਹਨਾਂ ਨੇ ਮਤਲਬ ਲਾਅ ਦੇ ਵਿੱਚ ਡਿਫਾਈਨ ਕੀਤੀ ਹੋਈ ਸੀਗੀ ਸਤਲੁਜ ਦਾ ਫਲੱਡ ਪਲੇਨ, ਉਹਦੇ ਵਿੱਚੋਂ ਇਹ ਏਰੀਆ ਕੱਢ ਦਿੱਤਾ। ਹੁਣ ਕਾਗਜ਼ਾਂ ਦੇ ਵਿੱਚੋਂ ਤਾਂ ਤੁਸੀਂ ਕਹਿ ਦਿੱਤਾ ਵੀ ਇਹ ਫਲੱਡ ਪਲੇਨ ਨਹੀਂ ਹੈਗਾ। ਹੁਣ ਆਹ ਦਰਿਆ ਵਗ ਰਿਹਾ, ਜੇਕਰ ਤੁਸੀਂ ਇਹਦੇ ਵਿੱਚ ਦੇਖੋ ਤੇ ਉੱਥੇ ਮਤਲਬ ਪੱਥਰ ਲਗਾਏ ਹੋਏ ਆ, ਪੱਥਰ ਹਰ ਸਾਲ ਇੱਥੇ ਪੱਥਰ ਲਾਏ ਜਾਂਦੇ ਆ
ਸਤਲੁਜ ਦੀ ਤੁਸੀਂ ਬੰਨ੍ਹ ਦੇ ਨਾਲ, ਉਹ ਇਸ ਕਰਕੇ ਲਾਏ ਜਾਂਦੇ ਕਿ ਜਦੋਂ ਪਾਣੀ ਆਵੇ, ਪਾਣੀ ਇੱਧਰ ਨੂੰ ਢਾਲ ਆਉਂਦਾ, ਸਤਲੁਜ ਢਾਲ ਆਉਂਦਾ ਆ, ਉਹਨੂੰ ਰੋਕਣ ਦੇ ਵਾਸਤੇ ਪੱਥਰ ਲਾ ਕੇ ਉਹਨਾਂ ਨੂੰ ਲੋਹੇ ਦੀਆਂ ਜਿਹੜੀਆਂ ਹੈਗੀਆਂ ਤਾਰਾਂ ਉਹਨਾਂ ਦੇ ਵਿੱਚ ਜਕੜ ਕੇ ਲਾਇਆ ਜਾਂਦਾ, ਇਹਨੂੰ ਮਜ਼ਬੂਤ ਕੀਤਾ ਜਾਂਦਾ। ਜੇ ਇੱਥੇ ਹੜ੍ਹ ਆਉਣੇ ਹੀ ਨਹੀਂ ਗਏ, ਜੇ ਫਲੱਡ ਪਲੇਨ ਹੀ ਹੈ ਨਹੀਂਗਾ, ਤੇ ਫਿਰ ਇੰਨੀ ਜ਼ਿਆਦਾ ਮਜ਼ਬੂਤੀ ਇੱਥੇ ਕਾਹਦੇ ਵਾਸਤੇ ਕੀਤੀ ਜਾ ਰਹੀ ਹੈ। ਔਰ ਕਮਾਲ ਦੀ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਉਹ ਮਤਲਬ ਜਿਹੜੇ ਬੰਦੇ ਇਹਦਾ ਵਿਰੋਧ ਕਰ ਰਹੇ ਹੁੰਦੇ, ਜਦੋਂ ਉਹਨਾਂ ਕੋਲ ਸੱਤਾ ਆ ਜਾਂਦੀ, ਉਹ ਫਿਰ ਇਹਦੇ ਫਾਇਦੇ ਗਿਣਾਉਣ ਲੱਗ ਜਾਂਦੇ ਆ। ਅੱਛਾ ਭਾਈ ਸਾਹਿਬ, ਜੇ ਗੱਲ ਕਰ ਲਈਏ ਜੇ ਹੜ੍ਹ ਆਉਣ ਦੇ ਨਾਲ ਇੰਡਸਟਰੀ ਦਾ ਐਡਾ ਵੱਡਾ ਨੁਕਸਾਨ ਹੈਗਾ, ਫਿਰ ਇੰਡਸਟਰੀ ਇੱਥੇ ਕਿਉਂ ਲਾਉਣਾ ਚਾਹੁੰਦੀ ਸਰਕਾਰ? ਜਾਂ ਫਿਰ ਪਿਛਲੇ ਸਰਕਾਰ ਦੀ ਵੀ ਗੱਲ ਕਰ ਲਈ, ਚਾਹੇ ਕਾਂਗਰਸ ਸਰਕਾਰ ਨੇ ਉਸ ਟਾਈਮ ਇੰਡਸਟਰੀ ਲਾਉਣ ਦੀ ਗੱਲ ਕੀਤੀ, ਜਾਂ ਹੁਣ ਆਮ ਆਦਮੀ ਪਾਰਟੀ ਉਹ ਇੰਡਸਟਰੀ ਲਾਉਣ ਦੀ ਗੱਲ ਕਰ ਲਈ, ਤਾਂ ਇੱਥੇ ਕਿਉਂ ਗੱਲ ਹੋ ਰਹੀ ਹੈ ਇੰਡਸਟਰੀ ਲਾਉਣ ਦੀ? ਦੇਖੋ, ਇਹਦੇ ਵਿੱਚ ਇਹੀ ਗੱਲ ਹੈ ਨਾ, ਹੁਣ ਮਤਲਬ ਇੱਥੇ ਫਿਰ ਗੈਰ ਕੁਦਰਤੀ ਬੰਨ੍ਹ ਬਣਨੇ ਆ, ਗੈਰ ਕੁਦਰਤੀ ਤਰੀਕੇ ਦੇ ਨਾਲ ਇੱਥੇ ਮਤਲਬ ਕੱਲ ਨੂੰ ਜਿਹੜੇ ਵੱਡੇ ਕਾਰਖਾਨੇ ਲੱਗਣੇ ਆ, ਸਰਮਾਏ ਲੱਗਣੇ ਆ, ਉਹਨਾਂ ਦੇ ਵਿੱਚ ਪਾਣੀ ਨਾ ਵੜ ਜਾਵੇ, ਉਹਨਾਂ ਦਾ ਨੁਕਸਾਨ ਨਾ ਕਰ ਦੇਵੇ। ਉਹਦੇ ਵਾਸਤੇ ਜਿਹੜੀ ਇਹਨਾਂ ਨੇ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਆ, ਉਹਦੇ ਵਿੱਚ ਜੋ ਇਹਨਾਂ ਨੇ ਲਿਖਿਆ ਆ, ਉਸੇ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਅਸਲ ਦੇ ਵਿੱਚ ਫਲੱਡ ਪਲੇਨ ਆ। ਉਹਦੇ 'ਚ ਲਿਖਿਆ ਗਿਆ ਕਿ ਐਡਿਕੁਏਟ ਮੈਜਰਸ ਵਿਲ ਬੀ ਟੇਕਨ ਟੂ ਪ੍ਰੀਵੈਂਟ ਫਲੱਡਿੰਗ ਆਫ ਦਿਸ ਏਰੀਆ, ਵੀ ਇਸ ਖੇਤਰ ਦੇ ਵਿੱਚ ਹੜ੍ਹ ਆਉਣ ਤੋਂ ਰੋਕਣ ਦੇ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਸੋ ਉਹ ਜ਼ਾਹਰ ਜੀ ਗੱਲ ਸਮਝਣ ਵਾਲੀ ਹੈ ਕਿ ਜਦੋਂ ਇੱਥੇ ਕਾਰਖਾਨੇ ਲੱਗਣੇ ਨੇ, ਤਾਂ ਇੱਥੇ ਇਹ ਜਿਹੜਾ ਸਤਲੁਜ ਦਾ ਬੰਨ੍ਹ ਆ, ਇਹਨੂੰ ਗੈਰ ਕੁਦਰਤੀ ਤਰੀਕੇ ਦੇ ਨਾਲ ਇੱਥੇ ਮਤਲਬ ਵੱਡੀਆਂ ਕੰਧਾਂ ਖੜੀਆਂ ਕੀਤੀਆਂ ਜਾਣੀਆਂ, ਜਾਂ ਇੱਥੇ ਕੋਈ ਇਸ ਤਰ੍ਹਾਂ ਦੀਆਂ ਰੋਡਸ ਕੱਢੀਆਂ ਜਾਣਗੀਆਂ, ਜਾਂ ਇਦਾਂ ਦੀਆਂ ਗੈਰ ਕੁਦਰਤੀ ਰੋਕਾਂ ਬਣਾਈਆਂ ਜਾਣਗੀਆਂ। ਔਰ ਜਿੱਥੇ ਵੀ ਕਿਤੇ ਦਰਿਆਵਾਂ ਦੇ ਬਹਾਅ ਦੇ ਵਿੱਚ ਤੁਸੀਂ ਕੋਈ ਗੈਰ ਕੁਦਰਤੀ ਕੰਮ ਕਰਦੇ ਹੋ, ਉਹਦੀ ਮਾਰ ਤੁਹਾਨੂੰ ਪੱਕੀ ਚੱਲਣੀ ਪੈਂਦੀ ਹੈ, ਕਿਉਂਕਿ ਜਦੋਂ ਪਾਣੀ ਆਇਆ, ਜੇ ਉਹਨੇ ਆਪਣੇ ਕੁਦਰਤੀ ਬਹਾਅ ਵਾਲੇ ਫਲੱਡ ਪਲੇਨ ਦੇ ਵਿੱਚ ਨਹੀਂ ਦਾਖਲ ਹੋਣਾ, ਫਿਰ ਪਾਣੀ ਕੋਈ ਹੋਰ ਰਸਤਾ ਲੱਭੂਗਾ। ਔਰ ਇਸ ਤੋਂ ਦੂਸਰੇ ਪਾਸੇ ਜਿਹੜੇ ਪੈਂਦੇ ਸ਼ਹਿਰ ਹੈਗੇ ਆ, ਚਾਹੇ ਉਹ ਰਾਹੋਂ ਹੈ, ਚਾਹੇ ਹੋਰ ਇਲਾਕੇ ਹੈਗੇ ਆ, ਜ਼ਾਹਰ ਜੀ ਗੱਲ ਹੈ ਕਿ ਇਹਦੀ ਮਾਰ ਉਹਨਾਂ ਨੂੰ ਝੱਲਣੀ ਪੈਣੀ। ਆਪਾਂ ਦੇਖੀਏ ਕਿ ਜਦੋਂ ਹਾਂਸੀ ਬੁਟਾਣਾ ਨਹਿਰ ਹਰਿਆਣੇ ਨੇ ਕੱਢੀ ਸੀਗੀ, ਔਰ ਜਦੋਂ ਉੱਥੇ ਮਤਲਬ ਪਾਣੀ ਆਇਆ ਉਸ ਇਲਾਕੇ ਦੇ ਵਿੱਚ ਘੱਗਰ ਦਾ, ਤੇ ਉਹ ਹਾਂਸੀ ਬੁਟਾਣਾ ਨੇ ਉਹਨੂੰ ਬੰਨ੍ਹ ਲਾਇਆ। ਉਹਨੂੰ ਬੰਨ੍ਹ ਲੱਗਣ ਦੇ ਨਾਲ ਪੰਜਾਬ ਦੇ ਕਿੰਨੇ ਪਿੰਡ ਜਿਹੜੇ ਆ, ਉਹਨਾਂ ਦੇ ਵਿੱਚ 30-30 40-40 ਦਿਨ ਪਾਣੀ ਨਹੀਂ ਸੀ ਸੁੱਕਿਆ, ਪਾਣੀ ਖੜਾ ਰਿਹਾ ਉੱਥੇ। ਜਦੋਂ ਵੀ ਤੁਸੀਂ ਕਿਸੇ ਬਹਾਅ ਨੂੰ ਕੱਟਦਾ ਹੋਇਆ ਗੈਰ ਕੁਦਰਤੀ ਪ੍ਰਬੰਧ ਸਿਰਜਦੇ ਹੋ, ਉਹਦਾ ਨੁਕਸਾਨ ਜਿਹੜਾ ਆ ਉਹ ਉੱਥੋਂ ਦੇ ਲੋਕਾਂ ਨੂੰ, ਉੱਥੋਂ ਦੇ ਜੀਆ ਜੰਤ ਨੂੰ, ਉੱਥੋਂ ਦੀ ਕੁਦਰਤ ਨੂੰ, ਉੱਥੋਂ ਦੀ ਮਿੱਟੀ ਨੂੰ ਝੱਲਣਾ ਹੀ ਪੈਂਦਾ ਆ। ਸੋ ਇਸ ਕਰਕੇ ਇਹਦਾ ਜਿਹੜਾ ਆ ਉਹ ਵਿਰੋਧ ਕੀਤਾ ਜਾ ਰਿਹਾ ਹੈ। ਤੇ ਜੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਲੇ ਦੁਆਲੇ ਦੇ ਪਿੰਡਾਂ ਨੂੰ, ਹੈ ਨਾ, ਜੇ ਇੱਥੇ ਇੰਡਸਟਰੀ ਲੱਗਦੀ ਆ ਤਾਂ ਵੱਡੀ ਕੋਈ ਕੰਧ ਜਾਂ ਕੋਈ ਵੱਡਾ ਉਹ ਜਿਹੜਾ ਇੱਥੇ ਹੜ੍ਹਾਂ ਨੂੰ ਗੈਰ ਕੁਦਰਤੀ ਰੋਕਾਂ ਲਾਊਗੇ, ਹੈ ਨਾ, ਤਾਂ ਵੱਡਾ ਪਿੰਡਾਂ ਦਾ ਨੁਕਸਾਨ ਹੋਊਗਾ। ਪਰ ਜੇ ਇੰਡਸਟਰੀ ਦੇ ਵਿੱਚ ਜੇ ਅਗਰ ਇੱਥੇ ਇੰਡਸਟਰੀ ਲੱਗਦੀ, ਤਾਂ ਉਹਦਾ ਜਿਹੜਾ ਪਾਣੀ ਉੱਥੋਂ ਨਿਕਲੂਗਾ, ਜੋ ਗੰਦਾ ਪਾਣੀ, ਮੇਰੇ ਹਿਸਾਬ ਨਾਲ ਤਾਂ ਫਿਰ ਦਰਿਆ 'ਚ ਪਾਊਗੇ ਜੀ। ਨਹੀਂ, ਦੇਖੋ, ਇਹ ਵੀ ਗੱਲ ਸਮਝਣ ਵਾਲੀ ਆ। ਹੁਣ ਟੈਕਸਟਾਈਲ ਇੰਡਸਟਰੀ ਲਾ ਰਹੇ, ਜਿਸ ਤਰ੍ਹਾਂ ਦੇ ਕਾਰਖਾਨੇ ਲਾ ਰਹੇ ਆ, ਇਹ ਦੁਨੀਆ 'ਚ ਮੰਨੀ ਹੋਈ ਗੱਲ ਆ ਕਿ ਇਸ ਤਰ੍ਹਾਂ ਦੇ ਕਾਰਖਾਨੇ ਜਿਹੜੇ ਆ, ਟੈਕਸਟਾਈਲ ਇੰਡਸਟਰੀ ਜਿਹੜੀ ਆ, ਉਹਨੂੰ ਬਹੁਤ ਜ਼ਿਆਦਾ, ਇੱਕ ਤਾਂ ਉਹਦੇ 'ਚ ਪਾਣੀ ਦੀ ਖਪਤ ਹੁੰਦੀ ਹੈ, ਉਹਨੂੰ ਸਾਫ਼ ਪਾਣੀ ਚਾਹੀਦਾ, ਔਰ ਉਹ ਕੈਮੀਕਲੀ ਪੋਲਿਊਟਡ ਜਿਹੜਾ ਪਾਣੀ ਹੈਗਾ ਆ, ਜਾਂ ਕੈਮੀਕਲ ਵੇਸਟ ਕਹਿ ਲਓ, ਉਹ ਸਭ ਤੋਂ ਵੱਧ ਇਹ ਪ੍ਰੋਡਿਊਸ ਕਰਦੀ ਹੈ। ਸੋ ਉਹਦੇ ਵਾਸਤੇ ਇਹ ਜ਼ਾਹਰ ਜੀ ਗੱਲ ਹੈ, ਕਿਉਂਕਿ ਆਹ ਸਤਲੁਜ ਦਰਿਆ ਵਗ ਰਿਹਾ, ਐਡਾ ਵੱਡਾ ਵਹਿਣ ਵਗਦਾ ਹੋਣ ਕਰਕੇ ਇੱਥੇ ਜ਼ਮੀਨ ਦੇ ਹੇਠਾਂ ਪਾਣੀ ਦਾ ਰੀਚਾਰਜ ਹੁੰਦਾ, ਪਾਣੀ ਜਿਹੜਾ ਆ ਉਹ ਇੰਡਸਟਰੀ ਨੂੰ ਸੁਖਾਲਾ ਮਿਲ ਸਕਦਾ। ਸੋ ਇੱਕ ਤਾਂ ਇਹ ਜਿਹੜੀ ਪੰਜਾਬ ਦੀ ਕੁਦਰਤੀ ਨਿਆਮਤ ਪਾਣੀ ਹੈਗੀ ਆ, ਉਹਨੂੰ ਉੱਥੋਂ ਕੱਢਿਆ ਜਾਣਾ, ਉਹਨੂੰ ਕੱਢਣ ਤੋਂ ਬਾਅਦ ਪਾਣੀ ਪਲੀਤ ਕਰਕੇ ਦੁਬਾਰਾ ਇਸੇ ਸਤਲੁਜ ਦੇ ਵਿੱਚ ਪਾਇਆ ਜਾਣਾ। ਔਰ ਸਤਲੁਜ ਦੀ ਕੀ ਹਾਲਤ ਹੋਣ ਜਾ ਰਹੀ ਆ, ਉਹ ਤੁਸੀਂ ਲੁਧਿਆਣੇ ਸ਼ਹਿਰ ਤੋਂ ਬਾਹਰ ਜਾ ਕੇ ਦੇਖ ਲਓ। ਇੱਥੋਂ ਥੋੜ੍ਹੇ ਕਿਲੋਮੀਟਰ ਬਾਅਦ ਤੁਸੀਂ ਜਾਓ, ਤੁਸੀਂ ਦੇਖੋ ਵੀ ਲੁਧਿਆਣੇ ਸ਼ਹਿਰ ਜਦੋਂ ਸਤਲੁਜ ਦਰਿਆ ਸ਼ਾਮਲ ਹੋ ਰਿਹਾ, ਉਦੋਂ ਉਹਦੇ ਪਾਣੀ ਦੀ ਕੀ ਸਥਿਤੀ ਹੈ। ਤੇ ਜਦੋਂ ਉਹ, ਜਿਹਨੂੰ ਬੁੱਢਾ ਦਰਿਆ ਸੀਗਾ, ਜਿਹੜਾ ਸਤਲੁਜ ਦੀ ਇੱਕ ਫਾਂਟ ਸੀਗੀ, ਜਿਹਨੂੰ ਬੁੱਢਾ ਨਾਲਾ ਕਹਿ ਦਿੰਦੇ ਆ, ਜਦੋਂ ਉਹ ਦੁਬਾਰਾ ਜਾ ਕੇ ਦਰਿਆ ਦੇ ਵਿੱਚ ਰਲਦਾ ਆ ਸਤਲੁਜ ਦੇ ਵਿੱਚ, ਤੇ ਉੱਥੇ ਕੀ ਹਾਲਤ ਹੁੰਦੀ ਆ, ਮਤਲਬ ਜ਼ਹਿਰੀਲਾ ਡੈੱਡ ਵਾਟਰ ਜਿਹਨੂੰ ਆਪਾਂ ਕਹਿ ਸਕਦੇ, ਜਿਹਦੇ 'ਚ ਕਿਸੇ ਤਰ੍ਹਾਂ ਦੀ ਜ਼ਿੰਦਗੀ ਦੇ ਅਸਾਰ ਹੀ ਖਤਮ ਹੋ ਜਾਂਦੇ ਆ। ਇੰਨਾ ਜ਼ਿਆਦਾ ਪਲੀਤ ਪਾਣੀ ਜਿਹੜਾ ਆ ਉਹ ਦੁਬਾਰਾ ਸਤਲੁਜ ਦੇ ਵਿੱਚ ਜਾ ਕੇ ਰਲਦਾ ਆ। ਔਰ ਉਹੀ ਸਥਿਤੀ ਜੇਕਰ ਇੰਡਸਟਰੀ ਇੱਥੇ ਲੱਗਦੀ ਆ ਤਾਂ ਇੱਥੇ ਹੋਣੀ ਹੈ। ਇੰਨੇ ਸਮੇਂ ਤੋਂ ਬੁੱਢੇ ਦਰਿਆ ਦਾ ਮਸਲਾ ਚੱਲ ਰਿਹਾ, ਉਹਦੇ ਜਿਹੜੇ ਟਰੀਟਮੈਂਟ ਪਲਾਂਟ ਨੇ ਉਹ ਨਹੀਂ ਚੱਲ ਰਹੇ, ਉੱਥੇ ਜਿਹੜੀ ਕਾਰਖਾਨੇਦਾਰੇ ਲੱਗੇ ਸੀਗੇ ਉਹ ਨਹੀਂ ਰੁਕੇ। ਤੇ ਐਸਾ ਕਿਹੜਾ ਮਤਲਬ ਮੰਤਰ ਹੈਗਾ ਆ ਵੀ ਜਿਹੜਾ ਮਾਰ ਕੇ ਤੇ ਇੱਥੇ ਇਹ ਕੰਮ ਹੋਣ ਤੋਂ ਰੋਕਿਆ ਜਾਣਾ। ਸੋ ਇਹ ਬਿਲਕੁਲ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੈ। ਉਹੀ ਭਗਵੰਤ ਮਾਨ ਹੈ, ਉਹੀ ਕੁਲਤਾਰ ਸਿੰਘ ਸੰਧਵਾ ਨੇ, ਉਹੀ ਬੀਬੀ ਮਾਣੂਕੇ ਆ, ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀਗੀ ਕਿ ਜੇ ਬੱਤੇਵਾੜਾ ਦੇ ਵਿੱਚ ਇੰਡਸਟਰੀਅਲ ਪਾਰਕ ਬਣ ਗਿਆ, ਇਹਦੇ ਨਾਲ ਤਾਂ ਪੰਜਾਬ ਬਰਬਾਦ ਹੋ ਜਾਣਾ। ਔਰ ਹੁਣ ਉਹੀ ਬੰਦੇ ਵਿਧਾਨ ਸਭਾ ਦੇ ਵਿੱਚ ਖੜ੍ਹ ਕੇ ਕਹਿ ਰਹੇ ਆ ਜੀ ਇਹ ਤਾਂ ਬੜਾ ਵੱਡਾ ਇਤਿਹਾਸਿਕ ਕੰਮ ਹੋਣ ਜਾ ਰਿਹਾ ਆ।
ਸੋ ਇਹ ਗੱਲ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਵੀ ਇੱਥੇ ਚਿਹਰੇ ਬਦਲਣ ਦੇ ਨਾਲ, ਪਾਰਟੀਆਂ ਬਦਲਣ ਦੇ ਨਾਲ ਸਿਸਟਮ ਨਹੀਂ ਬਦਲਦਾ। ਇੱਥੇ ਜਿਹੜਾ ਵੀ ਦਿੱਲੀ ਨਿਜ਼ਾਮ ਦੇ ਤਹਿਤ ਸੱਤਾ ਦੇ ਉੱਪਰ ਆ ਕੇ ਬੈਠੂਗਾ, ਉਹਨੇ ਉਹਨਾਂ ਦੀਆਂ ਨਿਰਧਾਰਿਤ ਕੀਤੀਆਂ ਹੋਈਆਂ ਲੀਹਾਂ ਦੇ ਵਿੱਚ ਹੀ ਚੱਲਣਾ ਆ, ਔਰ ਇਹੀ ਕੁਝ ਇੱਥੇ ਵਾਪਰ ਰਿਹਾ। ਔਰ ਰਾਜਨੀਤਿਕ ਕਲਾਸ ਜਿਹੜੀ ਰਾਜਸੀ ਜਮਾਤ ਆ, ਜਦੋਂ ਉਹਦਾ ਇੰਨੇ ਵੱਡੇ ਪੱਧਰ ਦੇ ਉੱਪਰ ਨਿਗਾਰ ਹੋ ਜਾਵੇ ਤੇ ਉੱਥੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਇਹ ਗੱਲ ਸਮਝਣੀ ਚਾਹੀਦੀ ਕਿ ਇਹ ਇਕੱਲਾ ਸੇਖੇਵਾਲ ਪਿੰਡ ਦਾ ਜਾਂ ਇੱਥੋਂ ਦੇ ਥੋੜ੍ਹੇ ਪਿੰਡਾਂ ਦਾ ਜਾਂ ਲੁਧਿਆਣੇ ਸ਼ਹਿਰ ਦਾ ਜਾਂ ਮੱਤੇਵਾੜਾ ਇਲਾਕੇ ਦਾ ਤੇ ਸਤਲੁਜ ਦਰਿਆ ਦਾ ਮਸਲਾ ਨਹੀਂ ਹੈ। ਇਹ ਪੰਜਾਬ ਦੀ ਸੱਭਿਅਤਾ ਦੇ ਉਜਾੜੇ ਨੂੰ ਹੋਣ ਦੇਣ ਦਾ ਤੇ ਉਹਨੂੰ ਰੋਕਣ ਦਾ ਮਸਲਾ ਆ। ਸੋ ਇਹਦੇ ਵਾਸਤੇ ਹਰ ਇੱਕ ਪੰਜਾਬ ਪ੍ਰੇਮੀ ਜਿਹੜਾ ਹੈਗਾ ਆ, ਜਿਹੜੇ ਪੰਜਾਬ ਨੂੰ ਚਾਹਣ ਵਾਲੇ ਲੋਕ ਹੈਗੇ ਆ, ਪੰਜਾਬ ਦਰਦੀ ਹੈਗੇ ਆ, ਉਹਨਾਂ ਦਾ ਫਰਜ਼ ਬਣਦਾ, ਭਾਵੇਂ ਉਹ ਪੰਜਾਬ ਦੇ ਵਿੱਚ ਰਹਿ ਰਹੇ, ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਰਹਿ ਰਹੇ ਆ, ਹਰ ਹਾਲਤ ਦੇ ਵਿੱਚ ਇਹਦੇ ਵਿਰੁੱਧ ਆਵਾਜ਼ ਆਪਾਂ ਨੂੰ ਚੁੱਕਣੀ ਚਾਹੀਦੀ ਹੈ। ਬਿਲਕੁਲ ਭਾਈ ਸਾਹਿਬ, ਬਿਲਕੁਲ ਜੋ ਇਹ ਗਲਤ ਹੋ ਰਿਹਾ ਇਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਪਿੰਡ ਵੱਲੋਂ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਹੈ ਨਾ, ਤੇ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈਗੀ ਹੈ, ਤੇ ਕੀ ਲੱਗਦਾ ਇਸ ਜਿਹੜਾ ਸਰਕਾਰ ਇਸ ਨੂੰ ਐਕਵਾਇਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਜਾਇਜ਼ ਤਰੀਕੇ ਨਾਲ, ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ? ਦੇਖੋ, ਇਹ ਰੁਕਣਾ ਜਿਹੜਾ ਆ ਉਹ ਤਾਂ ਲੋਕਾਂ ਦੇ ਦਬਾਅ ਦੇ ਅੱਗੇ ਹੀ ਰੁਕਣਾ ਆ। ਦੁਨੀਆ ਦੇ ਵਿੱਚ ਕਾਰਪੋਰੇਟਸ ਤੇ ਸਰਕਾਰਾਂ ਜਿਹੜੀਆਂ ਆ ਉਹ ਕੁਦਰਤੀ ਸਾਧਨਾਂ, ਜ਼ਮੀਨ, ਜੰਗਲ, ਜਲ ਦੇ ਉੱਪਰ ਕਬਜ਼ਾ ਕਰ ਰਹੇ ਆ, ਸਾਰੀ ਦੁਨੀਆ ਦੇ ਵਿੱਚ ਹੀ ਕਰ ਰਹੇ ਆ, ਇੱਥੇ ਵੀ ਹੋ ਰਿਹਾ ਆ। ਸੋ ਜਿੱਥੇ ਵੀ ਕਿਤੇ ਰੁਕਿਆ ਆ, ਜਿੱਥੇ ਵੀ ਇਸ ਅਮਲ ਨੂੰ ਬ੍ਰੇਕਾਂ ਲੱਗੀਆਂ ਨੇ, ਉਹ ਲੋਕਾਂ ਦੇ ਸਮਾਜ ਨੇ ਜਦੋਂ ਆਪਣੀ ਜ਼ਿੰਮੇਵਾਰੀ ਸਮਝੀ ਆ ਉਦੋਂ ਲੱਗੀਆਂ। ਆਪਾਂ 3 ਖੇਤੀ ਕਾਨੂੰਨਾਂ ਦਾ ਮਸਲਾ ਲਗਭਗ 1.5-2 ਸਾਲ ਸਾਰੇ ਜਾਣਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਕਾਰਪੋਰੇਟੀ ਰੱਥ ਦੇ ਉੱਤੇ ਸਵਾਰ ਹੋ ਕੇ ਵਿਪਰਵਾਦ ਦਾ ਜਿਹੜਾ ਦੈਂਤ ਆ ਉਹ ਮਤਲਬ ਲੋਕਾਂ ਦੀ ਸਾਧਨਾਂ ਦੀ ਲੁੱਟ ਕਰਨ ਦੇ ਵਾਸਤੇ, ਉਹਨਾਂ ਨੂੰ ਗੁਲਾਮ ਬਣਾਉਣ ਦੇ ਵਾਸਤੇ ਬੜੇ ਵੱਡੇ ਵੇਗ ਦੇ ਨਾਲ ਵਧਦਾ ਆ ਰਿਹਾ ਸੀਗਾ। ਔਰ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਖੜ ਕੇ, ਹਰਿਆਣੇ ਦਾ, ਯੂਪੀ ਦਾ ਉਹਦੇ ਵਿੱਚ ਸਾਥ ਮਿਲਿਆ, ਬਾਕੀ ਖੇਤਰ ਦੇ ਲੋਕਾਂ ਦਾ ਸਾਥ ਮਿਲਿਆ, ਔਰ ਪੰਜਾਬ ਦੀ ਅਗਵਾਈ ਦੇ ਵਿੱਚ, ਸਿੱਖਾਂ ਦੀ ਅਗਵਾਈ ਦੇ ਵਿੱਚ, ਗੁਰੂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਉਸ ਰੱਥ ਨੂੰ ਰੋਕਿਆ ਗਿਆ। ਉਹ ਬਿੱਲ ਜਿਹੜੇ ਆ ਜਾਂ ਕਾਨੂੰਨ ਜਿਹੜੇ ਸੀਗੇ ਉਹ ਰੱਦ ਹੋਏ, ਪਰ ਆਪਾਂ ਦੇਖਿਆ ਵੀ ਉਹ ਸੁਖਾਲਾ ਅਮਲ ਨਹੀਂ ਸੀਗਾ। ਸੋ ਉਹੀ ਗੱਲ ਇੱਥੇ ਹੈ, ਜਿੰਨੇ ਜ਼ਿਆਦਾ ਸੁਚੇਤ ਹੋ ਕੇ, ਜਿੰਨੇ ਇੱਥੇ ਇਹ ਗੱਲ ਹੁਣ ਹਰ ਕੋਈ ਜਾਣਦਾ ਕਿ ਅਦਾਲਤਾਂ ਦੇ ਰਾਹੀਂ ਤੁਸੀਂ ਥੋੜ੍ਹਾ ਸਮਾਂ ਲੰਘਾ ਸਕਦੇ ਆ, ਪਰ ਉਹਨਾਂ ਦੇ ਵਿੱਚੋਂ ਅਲਟੀਮੇਟਲੀ ਇਨਸਾਫ ਜਿਹੜਾ ਉਹ ਇੰਡੀਅਨ ਸਿਸਟਮ ਦੇ ਜਿੰਨੇ ਵੀ ਢਾਂਚੇ ਹੈਗੇ ਉਹਨਾਂ ਦੇ ਰਾਹੀਂ ਨਹੀਂ ਮਿਲ ਰਿਹਾ। ਔਰ ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਆਪਾਂ ਦੇਖਿਆ ਕਿਸਾਨ ਲੀਡਰਸ਼ਿਪ ਤੇ ਹੋਰ ਜਿੰਨੇ ਵੀ ਲੋਕ ਸੰਘਰਸ਼ ਪੱਖੀ ਸੀਗੇ, ਉਹ ਸਾਰੇ ਲਗਾਤਾਰ ਇਹ ਗੱਲ ਕਹਿੰਦੇ ਰਹੇ ਕਿ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਸੀਂ ਨਹੀਂ ਸੁਣਾਉਣਾ, ਕਿਉਂਕਿ ਸਾਨੂੰ ਇਸ ਗੱਲ ਦਾ ਯਕੀਨ ਨਹੀਂ ਹੈਗਾ। ਹੁਣ ਵੀ ਤੁਸੀਂ ਦੇਖੋ ਕਿ ਜ਼ਮੀਨ 23 ਤਰੀਕ ਨੂੰ ਅਸੀਂ ਇੱਥੇ ਆਏ ਸੀਗੇ, 23 ਨੂੰ ਜਿਸ ਦਿਨ ਸੰਗਰੂਰ ਵੋਟਾਂ ਪੈਣੀਆਂ ਸੀ, ਕਿਉਂਕਿ ਉਦੋਂ ਇਹ ਗੱਲ ਕਾਫੀ ਜ਼ਿਆਦਾ ਸਰਕਲਸ ਤੋਂ ਆ ਰਹੀ ਸੀਗੀ ਕਿ ਮੱਤੇਵਾੜੇ ਦੇ ਵਿੱਚ ਸਰਕਾਰ ਉੱਧਰ ਵੋਟਾਂ ਪੈ ਰਹੀਆਂ, ਲੋਕਾਂ ਦਾ ਧਿਆਨ ਉੱਧਰ ਹੋਣਾ, ਤੇ ਇੱਥੇ ਗਲਾਡਾ ਜਾਂ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਜ਼ਮੀਨ ਐਕਵਾਇਰ ਕੀਤੀ ਹੈ ਉਹਨਾਂ ਦੇ ਵੱਲੋਂ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਕਿਉਂਕਿ ਇਸ ਪਿੰਡ ਦੀ ਜ਼ਮੀਨ ਕਾਗਜ਼ੀ ਪੱਤਰੀ ਉਹਨਾਂ ਨੇ ਧੱਕੇ ਨਾਲ ਕਹਿ ਲਓ, ਬਾਕੀ ਸਰਪੰਚ ਸਾਹਿਬ ਤੁਹਾਨੂੰ ਦੱਸ ਦੇਣਗੇ ਵੀ ਕੇਸ ਅਮਲ ਦੇ ਰਾਹੀਂ ਕਿਵੇਂ ਉਹਨਾਂ ਨੂੰ ਗੁੰਮਰਾਹ ਕਰਕੇ ਦਬਾਅ ਪਾ ਕੇ ਉਹ ਜ਼ਮੀਨ ਦੀ ਰਜਿਸਟਰੀ ਜਿਹੜੀ ਉਹ ਸਰਕਾਰ ਦੇ ਨਾਵੇਂ ਕਰਵਾ ਲਈ ਗਈ, ਪਰ ਉਹਦਾ ਕਬਜ਼ਾ ਜਿਹੜਾ ਆ ਉਹ ਜੇ ਪਿੰਡ ਵਾਲਿਆਂ ਦੇ ਕੋਲ ਹੈ। ਸੋ ਉਦੋਂ ਵੀ ਉਹਨੂੰ ਰੋਕਣ ਦੇ ਵਾਸਤੇ ਇੱਥੇ ਆਏ ਸੀਗੇ ਕਾਫੀ ਸਾਰੇ ਜਿਹੜੇ ਸਮਾਜ ਸੇਵੀ ਜਾਂ ਵਾਤਾਵਰਨ ਪ੍ਰੇਮੀ ਸੀਗੇ, ਅਸੀਂ ਵੀ ਉਸ ਸਮੇਂ ਇੱਥੇ ਆਏ ਸੀਗੇ, ਔਰ ਉਦੋਂ ਕੋਈ ਵੀ ਕਾਰਵਾਈ ਜਿਹੜੀ ਆ ਇਸ ਤਰ੍ਹਾਂ ਦੀ ਉਹ ਇੱਥੇ ਨਹੀਂ ਹੋਈ। ਔਰ ਜੇ ਇਹਨੂੰ ਰੋਕਿਆ ਜਾਣਾ ਆ, ਜਿਹੜਾ ਸਵਾਲ ਤੁਸੀਂ ਕੀਤਾ ਆ, ਉਹਦਾ ਇੱਕ ਹਰਫੀ ਜਵਾਬ ਤਾਂ ਇਹ ਹੈਗਾ ਵੀ ਇਹ ਲੋਕਾਂ ਦੇ ਵੱਲੋਂ ਹੀ ਰੋਕਿਆ ਜਾਣਾ ਆ, ਔਰ ਸੰਘਰਸ਼ ਤੋਂ ਬਿਨਾਂ ਇਹਦਾ ਹੋਰ ਕੋਈ ਰਸਤਾ ਨਹੀਂ ਹੈਗਾ। ਸੋ ਉਹਦੇ ਵਾਸਤੇ ਸਮੁੱਚੇ ਪੰਜਾਬ ਨੂੰ ਲਾਮਬੰਦ ਹੋਣ ਦੀ ਜ਼ਰੂਰਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਸੋ ਇਹ ਸਾਡੇ ਨਾਲ ਭਾਈ ਪਰਮਜੀਤ ਸਿੰਘ ਗਾਜੀ ਜੁੜੇ ਹੋਏ ਸੀਗੇ। ਮੱਤੇਵਾੜਾ ਜੰਗਲ ਨੂੰ ਲੈ ਕੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕਿਸ ਤਰ੍ਹਾਂ ਇਕੱਲੇ ਪੰਜਾਬ ਦੀ ਨਹੀਂ, ਪੂਰੇ ਭਾਰਤ ਦੀ ਉਹ ਗੱਲ ਕਰ ਲਈਏ ਤਾਂ ਜਿਹੜਾ ਵਾਤਾਵਰਨ ਹੈਗਾ ਆ, ਪਾਣੀਆਂ ਦੀ ਗੱਲ ਕਰ ਲਈਏ, ਆਪਾਂ ਜੰਗਲਾਂ ਦੀ ਗੱਲ ਕਰ ਲਈਏ, ਲਗਾਤਾਰ ਉਹਨਾਂ ਪਰ ਕਬਜ਼ੇ ਕੀਤੇ ਜਾ ਰਹੇ, ਤੇ ਪੰਜਾਬ ਵੀ ਇਸ ਦੀ ਮਾਰ ਜਿਹੜੀ ਆ ਉਹ ਚੱਲ ਰਿਹਾ ਹੈਗਾ। ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਕਬਜ਼ੇ ਹੋ ਚੁੱਕੇ, ਕਈ ਜਗ੍ਹਾ ਇੰਡਸਟਰੀਆਂ ਲੱਗ ਚੁੱਕੀਆਂ, ਤਾਂ ਮੱਤੇਵਾੜੇ ਦੇ ਜੰਗਲ ਵਿੱਚ ਵੀ ਇੰਡਸਟਰੀ ਲਗਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਨਜਾਇਜ਼ ਤਰੀਕੇ ਨਾਲ ਜਿਹੜੀ ਇੰਡਸਟਰੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜਿਸ ਦਾ ਖਮਿਆਜਾ ਜਿਹੜਾ ਆ ਬਹੁਤ ਵੱਡੇ ਲੈਵਲ 'ਤੇ ਆਲੇ ਦੁਆਲੇ ਦੇ ਪਿੰਡਾਂ ਨੂੰ, ਆਲੇ ਦੁਆਲੇ ਦੇ ਏਰੀਏ ਤੇ ਪੂਰੇ ਪੰਜਾਬ ਨੂੰ ਜਿਹੜਾ ਭੁਗਤਣਾ ਪੈ ਸਕਦਾ।
ਸਕਦਾ, ਕਿਉਂਕਿ ਅਗਰ ਇੱਥੇ ਇੰਡਸਟਰੀ ਲੱਗਦੀ, ਅਗਰ ਕੁਝ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ, ਪਰ ਤਾਂ ਦੂਸਰੇ ਪਾਸੇ ਸਤਲੁਜ ਦਰਿਆ ਦਾ ਪਾਣੀ ਵੀ ਜਿਹੜਾ ਉਹ ਵੀ ਗੰਧਲਾ ਹੋ ਸਕਦਾ। ਸਤਲੁਜ ਦਰਿਆ ਦਾ ਪਾਣੀ ਪੂਰੇ ਪੰਜਾਬ ਦੇ ਵਿੱਚ ਤੇ ਲਾਗੇ ਪਿੰਡਾਂ ਦੇ ਵਿੱਚ ਉਸ ਨੂੰ ਜਿਹੜਾ ਆ ਖਤਮ ਕਰ ਸਕਦਾ ਹੈ, ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ। ਸੋ ਅਜਿਹਾ ਨਹੀਂ ਹੋਣਾ ਚਾਹੀਦਾ, ਪਿੰਡ ਵਾਲਿਆਂ ਨੂੰ ਜ਼ਰੂਰ ਇਸ ਦੇ ਖਿਲਾਫ ਜਿਹੜਾ ਇਕੱਠੇ ਹੋਣਾ ਚਾਹੀਦਾ। ਸੋ ਹੋਰ ਇਸ ਤਰ੍ਹਾਂ ਦੀਆਂ ਅਪਡੇਟਸ ਲਈ ਜੁੜੇ ਰਹੋ ਸਮਰੱਥ ਆਵਾਜ਼ ਦੇ ਨਾਲ।